ਮਲੇਰੀਆ ਤੇ ਡੇਂਗੂ ਇਹ ਕਿੱਥੋਂ ਫੈਲਦੇ ਨੇ ਤੇ ਕਿਵੇਂ ਫੈਲਦੇ ਨੇ? ਡੇਂਗੀ ਇੱਕ ਆਪਣੇ ਆਪ ਵਿੱਚ ਇੱਕ ਵਾਇਰਲ ਬਿਮਾਰੀ ਹੁੰਦੀ ਹੈ ਜਿਹਦਾ ਸਿਰਫ ਫੈਲਾਅ ਮੱਛਰ ਰਾਹੀਂ ਹੁੰਦਾ ਹੈ, ਜਦਕਿ ਮਲੇਰੀਆ ਮੱਛਰ ਨਾਲ ਹੀ ਹੁੰਦਾ ਹੈ। ਮਲੇਰੀਆ ਤੇ ਡੇਂਗੂ ਦੀ ਰੋਕਥਾਮ ਲਈ ਕੀ ਚੀਜ਼ਾਂ ਆਪਾਂ ਕਰ ਸਕਦੇ ਹਾਂ? ਅਸੀਂ ਜੇ ਮੱਛਰਾਂ ਦੀ ਗਰੋਥ ਨੂੰ ਕੰਟਰੋਲ ਕਰ ਲਈਏ ਤੇ ਕਾਫੀ ਹੱਦ ਤੱਕ ਅਸੀਂ ਮਲੇਰੀਆ ਡੇਂਗੀ ਨੂੰ ਕੰਟਰੋਲ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਦਰਸ਼ਕਾਂ ਦਾ ਹੈਲਦੀ ਲਾਈਫ ਸ਼ੋਅ ਦੇ ਵਿੱਚ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਦਰਸ਼ਕੋ, ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਹੈਲਥ ਐਕਸਪਰਟਸ ਦੇ ਨਾਲ। ਮੌਸਮ ਦੇ ਬਦਲਾਅ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਕੁਝ ਤੋਂ ਅਸੀਂ ਜਾਣੂ ਹੁੰਨੇ ਆ, ਕੁਝ ਤੋਂ ਨਹੀਂ। ਤੇ ਅਜਿਹੀਆਂ ਹੀ ਬਿਮਾਰੀਆਂ ਬਾਰੇ ਸਾਨੂੰ ਜਾਣਕਾਰੀ ਦੇਣ ਵਾਸਤੇ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਮੈਡੀਕਲ ਅਫਸਰ ਘਨੌਰ ਡਾਕਟਰ ਕਿਰਨਜੋਤ ਕੌਰ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸਾਡੇ ਸ਼ੋਅ ਵਿੱਚ। ਥੈਂਕ ਯੂ ਜੀ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ ਕਿ ਬਦਲਦੇ ਮੌਸਮ ਦੇ ਨਾਲ ਕਿਹੜੀਆਂ ਅਜਿਹੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜੋ ਅਮੂਮਨ ਤੌਰ ਤੇ ਲੋਕਾਂ ਦੇ ਲਈ ਖਤਰਾ ਬਣ ਸਕਦੀਆਂ ਨੇ? ਮੌਸਮ ਬਦਲਣ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਆਪਣੇ ਕਲਾਈਮੇਟ ਨਾਲ ਹੋ ਰਹੀਆਂ ਆਪਣੇ ਪੰਜਾਬ ਵਿੱਚ। ਜ਼ਿਆਦਾਤਰ ਇਹਨਾਂ ਵਿੱਚ ਜਿਵੇਂ ਮੱਛਰਾਂ ਨਾਲ ਬਿਮਾਰੀਆਂ ਹੋ ਰਹੀਆਂ, ਮਲੇਰੀਆ, ਡੇਂਗੀ, ਕਈ ਤਰ੍ਹਾਂ ਦੇ ਗੈਸਟ੍ਰੋਐਂਟਰਾਈਟਿਸ ਜਿਹਨੂੰ ਅਸੀਂ ਡਾਇਰੀਆ ਜਾਂ ਆਮ ਦਸਤ ਲੱਗਣਾ ਕਹਿ ਸਕਦੇ ਹਾਂ, ਬੁਖਾਰ, ਕਈ ਤਰ੍ਹਾਂ ਦੇ ਵਾਇਰਲ ਬੁਖਾਰ, ਕਈ ਤਰ੍ਹਾਂ ਦੇ ਬਿਮਾਰੀਆਂ ਹੋ ਰਹੀਆਂ। ਇਹ ਸਭ ਮੌਸਮ ਬਦਲਣ ਦੇ ਨਾਲ ਹੀ ਹੋ ਰਹੀਆਂ ਹੈ ਔਰ ਤਕਰੀਬਨ ਬੁਖਾਰ ਵਾਲਾ ਸਭ ਦੇ ਸਿੰਪਟਮਸ ਵੀ ਔਰ ਟ੍ਰੀਟਮੈਂਟ ਤਕਰੀਬਨ ਸਿਮਿਲਰ ਜਿਹਾ ਹੈ ਜੇ ਸਾਨੂੰ ਪਤਾ ਹੋਏ। ਇਹਨਾਂ ਸਾਰਾ ਬਿਮਾਰੀਆਂ ਦਾ ਕੋਈ ਬਹੁਤ ਵੱਡੇ ਉਪਚਾਰ ਜਾਂ ਬਹੁਤ ਮਹਿੰਗੇ ਉਪਚਾਰ ਨਹੀਂ ਹੈ। ਸਿੰਪਲ ਪ੍ਰੀਵੈਂਸ਼ਨ ਨਾਲ ਜਾਂ ਸਿੰਪਲ ਤਰੀਕਿਆਂ ਨਾਲ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਬਸ਼ਰਤੇ ਸਾਨੂੰ ਇਹਨਾਂ ਦਾ ਪਤਾ ਹੋਏ ਕਿ ਕਿਸ ਤਰ੍ਹਾਂ ਬਿਮਾਰੀਆਂ ਔਰ ਉਹਦਾ ਕੀ ਕੁਝ ਬਚਾਅ ਹੋ ਸਕਦਾ ਹੈ। ਡਾਕਟਰ ਸਾਹਿਬ, ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਮਲੇਰੀਆ ਡੇਂਗੂ ਦੀ ਗੱਲ ਕੀਤੀ, ਮਲੇਰੀਆ ਤੇ ਡੇਂਗੂ ਅਸਲ ਦੇ ਵਿੱਚ ਕੀ ਹੈ ਜਾਂ ਇਹਨਾਂ ਦੇ ਵਿੱਚ ਕੋਈ ਫਰਕ ਹੈ? ਔਰ ਜਿਹੜੇ ਵਾਇਰਲ ਬਿਮਾਰੀਆਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਇਸ ਸੰਬੰਧੀ ਖੁੱਲ੍ਹ ਕੇ ਜਾਣਕਾਰੀ ਦਿੱਤੀ। ਔਨ ਸਰਫੇਸ ਦੇਖੀਏ ਜਾਂ ਅਸੀਂ ਪਹਿਲਾਂ ਤੌਰ ਤੇ ਆਮ ਜੇ ਕਲੇਮੈਂਟ ਦੇ ਹਿਸਾਬ ਨਾਲ ਦੇਖੀਏ ਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ, ਕਿਉਂਕਿ ਸਾਨੂੰ ਜਿਹੜਾ ਪੇਸ਼ੈਂਟ ਸਿੰਪਟਮ ਨਾਲ ਆਉਂਦਾ ਉਹ ਸਭ ਵਿੱਚ ਹੀ ਮਲੇਰੀਆ ਹੋਏ ਜਾਂ ਡੇਂਗੀ ਹੋਏ ਜਾਂ ਕੋਈ ਵਾਇਰਲ ਬੁਖਾਰ ਹੋਏ। ਆਮ ਤੌਰ ਤੇ ਮਰੀਜ਼ ਨੂੰ ਬਹੁਤ ਤੇਜ਼ ਬੁਖਾਰ ਨਾਲ ਕਈ ਵਾਰ ਹੁੰਦਾ, ਕਾਂਬਾ ਛਿੜਿਆ ਹੁੰਦਾ ਹੈ, ਹੱਡ ਪੰਜਣੀ ਹੁੰਦੀ ਹੈ, ਬੋਡੀ ਏਕਸ ਜਿਹਨੂੰ ਕਹਿੰਦੇ ਆ। ਇਹ ਆਮ ਤੌਰ ਤੇ ਮਲੇਰੀਆ ਹੋਏ, ਡੇਂਗੀ ਹੋਏ ਜਾਂ ਵਾਇਰਲ ਹੋਏ ਜਾਂ ਕਈ ਵਾਰ ਪਿਸ਼ਾਬ ਦੀ ਇਨਫੈਕਸ਼ਨਸ ਹੁੰਦੀਆਂ, ਉਹਨਾਂ ਵਿੱਚ ਵੀ ਪੇਸ਼ੈਂਟ ਬੁਖਾਰ ਨਾਲ ਹੀ ਆਉਂਦਾ ਹੈ। ਸੋ ਇਹ ਇੱਕ ਡਾਕਟਰ ਕੋਲ ਜਾਂ ਹਸਪਤਾਲ ਕੋਲ ਜਾਂ ਇੱਕ ਟੈਸਟਾਂ ਦੇ ਰਾਹੀਂ ਪਤਾ ਚੱਲ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਬਿਮਾਰੀ ਹੈ। ਪੇਸ਼ੈਂਟ ਵਾਸਤੇ ਸਿੰਪਟਮ ਜ਼ਿਆਦਾਤਰ ਇਹਨਾਂ ਸਭ ਦਾ ਬੁਖਾਰ ਹੀ ਹੁੰਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਸਿੰਪਟਮਸ ਦੀ ਗੱਲ ਕੀਤੀ ਕਿ ਜ਼ਿਆਦਾਤਰ ਸਿੰਪਟਮਸ ਜਿਹੜੇ ਨੇ ਉਹ ਸੇਮ ਹੁੰਦੇ ਨੇ, ਪਰ ਜੇਕਰ ਗੱਲ ਕੀਤੀ ਜਾਵੇ ਕਿ ਮਲੇਰੀਆ ਤੇ ਡੇਂਗੂ ਇਹ ਕਿੱਥੋਂ ਫੈਲਦੇ ਨੇ ਤੇ ਕਿਵੇਂ ਫੈਲਦੇ ਨੇ? ਜੇ ਆਪਾਂ ਮਲੇਰੀਆ ਡੇਂਗੀ ਦੀ ਗੱਲ ਕਰੀਏ, ਜੋ ਕਿ ਮਲੇਰੀਆ ਹੁਣ ਕਾਫੀ ਘੱਟ ਹੈ ਪਰ ਡੇਂਗੀ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ हैं ਔਰ ਇੱਕ ਮਲੇਰੀਆ ਤੋਂ ਇੱਕ ਜ਼ਿਆਦਾ ਭਿਆਨਕ ਕਹਿ ਸਕਦੇ ਹਾਂ ਉਹਨੂੰ। ਦੋਨਾਂ ਦਾ ਕਾਰਨ ਮੱਛਰ ਹੀ ਹੈ। ਡੇਂਗੀ ਇੱਕ ਆਪਣੇ ਆਪ ਵਿੱਚ ਇੱਕ ਵਾਇਰਲ ਬਿਮਾਰੀ ਹੁੰਦੀ ਹੈ ਜਿਹਦਾ ਸਿਰਫ ਫੈਲਾਅ ਮੱਛਰ ਰਾਹੀਂ ਹੁੰਦਾ ਹੈ, ਜਦਕਿ ਮਲੇਰੀਆ ਮੱਛਰ ਨਾਲ ਹੀ ਹੁੰਦਾ ਹੈ। ਫਰਕ ਦੋਨਾਂ ਵਿੱਚ ਕਿ ਬੁਖਾਰ ਦੋਨਾਂ ਵਿੱਚ ਹੀ ਹੋ ਰਿਹਾ ਹੈ, ਦੋਨਾਂ ਵਿੱਚ ਹੱਡ ਪੰਜਣੀ ਬਹੁਤ ਜ਼ਿਆਦਾ, ਬੋਡੀ ਏਕਸ ਹੁੰਦੀਆਂ ਹੈ। ਡੇਂਗੀ ਦੇ ਕੁਝ ਐਡੀਸ਼ਨਲ ਕੰਪਲਿਕੇਸ਼ਨਸ ਜ਼ਰੂਰੀ ਨਹੀਂ ਕਿ ਹਰ ਇੱਕ ਕੇਸ ਵਿੱਚ ਹੋਏ। ਮੈਂ ਇਸ ਕਰਕੇ ਦੱਸ ਰਹੀ ਹਾਂ ਕਿ ਹਰ ਇੱਕ ਨੂੰ ਡਰਨ ਵਾਲੀ ਗੱਲ ਨਹੀਂ ਕਿ ਡੇਂਗੀ ਹੋਇਆ ਤਾਂ ਸ਼ਾਇਦ ਕੰਪਲਿਕੇਸ਼ਨ ਹੀ ਹੋਣੀ ਹੈ, ਪਰ ਆਮ ਤੌਰ ਤੇ ਜਿਵੇਂ ਡੇਂਗੀ ਦੇ ਬੁਖਾਰ ਵਿੱਚ ਬਹੁਤ ਜ਼ਿਆਦਾ ਹੱਡ ਪੈਰ ਹੁੰਦੇ ਨੇ, ਦੁਖਦੇ ਨੇ, ਅੱਖ ਦੇ ਪਿੱਛੇ ਤੇਜ਼ ਸਿਰ ਦਰਦ ਹੁੰਦੀ ਹੈ, ਕਈ ਵਾਰ ਪੇਸ਼ੈਂਟ ਨੂੰ ਉਲਟੀਆਂ ਲੱਗ ਜਾਂਦੀਆਂ ਨੇ, ਕੁਝ ਰੈਸ਼ਸ, ਧੱਬੇ ਜਾਂ ਛਪਾਕੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਚਮੜੀ ਦੇ ਨੀਚੇ, ਉਹ ਹੋ ਜਾਂਦੀ ਹੈ। ਕੁਝ ਸੀਰੀਅਸ ਕੇਸਿਸ ਜਿਹੜੇ ਕੋਈ ਕੰਪਲਿਕੇਸ਼ਨਸ ਹੁੰਦੀਆਂ ਉਹਨਾਂ ਵਿੱਚ ਕੋਈ ਬਲੀਡਿੰਗ ਹੋ ਸਕਦੀ ਹੈ, ਆਮ ਬ੍ਰਸ਼ ਕਰਨ ਵੇਲੇ ਦੰਦਾਂ 'ਚ ਖੂਨ ਆਉਂਦਾ ਹੈ ਜਾਂ ਉਲਟੀ 'ਚ ਖੂਨ ਆ ਸਕਦਾ ਹੈ, ਪਰ ਉਹ ਹਰ ਇੱਕ ਮਰੀਜ਼ ਦਾ ਨਹੀਂ ਹੁੰਦਾ। ਉਹ ਸਿਰਫ ਕੁਝ ਇੱਕ ਕੰਪਲਿਕੇਸ਼ਨਸ ਹੈ ਜਿਨ੍ਹਾਂ 'ਚ ਪ੍ਰੋਬਲਮ ਹੋ ਸਕਦੀ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਮਲੇਰੀਆ ਤੇ ਡੇਂਗੀ ਦੀ ਗੱਲ ਕੀਤੀ ਕਿ ਇਹਨਾਂ ਦੇ ਲੱਛਣ ਹੁੰਦੇ ਨੇ, ਤੁਸੀਂ ਸਾਨੂੰ ਦੱਸਿਆ, ਸਾਨੂੰ ਇਹ ਦੱਸਿਆ ਜਾਵੇ ਦਰਸ਼ਕਾਂ ਨੂੰ ਕਿ ਮਲੇਰੀਆ ਤੇ ਡੇਂਗੀ ਫੈਲਣ ਦੇ ਕੀ ਕਾਰਨ ਹੁੰਦੇ ਨੇ? ਮਲੇਰੀਆ ਔਰ ਡੇਂਗੀ ਦੋਨੋਂ ਹੀ ਮੱਛਰਾਂ ਰਾਹੀਂ ਫੈਲਦਾ ਹੈ। ਕਾਰਨ ਦੋਨਾਂ ਦੇ ਅੱਡ-ਅੱਡ ਹੈ, ਕਾਜ਼ਿੰਗ ਏਜੰਟ ਉਹਨਾਂ ਦਾ ਅਲੱਗ-ਅਲੱਗ ਹੈ, ਲੇਕਿਨ ਫੈਲਣ ਦਾ ਕਾਰਨ ਇੱਕ ਮੱਛਰ ਹੀ ਹੈ। ਸੋ ਆਪਾਂ ਜੇ ਇਹਦਾ ਖਿਆਲ ਰੱਖ ਸਕਦੇ ਹਾਂ, ਜੇ ਅਸੀਂ ਕਿਧਰੇ ਗੰਦਗੀ ਹੁੰਦੀ ਹੈ ਜਾਂ ਪਾਣੀ ਇਕੱਠਾ ਹੋ ਰਿਹਾ ਹੈ और मच्छर पनप रहे हैं तो दोनों ही बीमारियों का रिस्क बढ़ जाता है।
ਫਰਕ ਇੰਨਾ ਹੈ ਕਿ ਅਸੀਂ ਸੋਚਦੇ ਹਾਂ ਨਾਰਮਲੀ ਗੰਦੇ ਪਾਣੀ 'ਚ, ਜਦਕਿ ਔਨ ਦਾ ਕੰਟਰਰੀ ਜਿਹੜਾ ਡੈਂਗੀ ਦਾ ਮੱਛਰ ਹੁੰਦਾ ਉਹ ਸਾਫ਼ ਪਾਣੀ ਵਿੱਚ ਫੈਲਦਾ ਹੈ। ਸੋ ਜੇ ਅਸੀਂ ਆਪਣੇ ਆਲੇ ਦੁਆਲੇ ਸਫਾਈ ਰੱਖ ਰਹੇ ਹਾਂ ਜਾਂ ਅਸੀਂ ਪਾਣੀ ਨਹੀਂ ਖੜਾ ਹੋਣ ਦੇ ਰਹੇ, ਤਾਂ ਅਸੀਂ ਕਾਫੀ ਹੱਦ ਤੱਕ ਇਹਦੇ ਕਾਰਨ ਨੂੰ ਕੰਟਰੋਲ ਕਰ ਸਕਦੇ ਹਾਂ, ਜਿਹਦੇ ਨਾਲ ਇਹ ਬਿਮਾਰੀ ਰੋਕੀ ਜਾ ਸਕਦੀ ਹੈ। ਸੋ ਦਰਸ਼ਕੋ, ਜਿਵੇਂ ਡਾਕਟਰ ਸਾਹਿਬ ਨੇ ਸਾਨੂੰ ਮਲੇਰੀਆ ਤੇ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਤੇ ਹੋਰ ਵੀ ਅਹਿਮ ਜਾਣਕਾਰੀ ਜਿਹੜੀ ਹੈ ਅਸੀਂ ਡਾਕਟਰ ਸਾਹਿਬ ਤੋਂ ਲਵਾਂਗੇ, ਪਰ ਵੇਲਾ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਕਿਤੇ ਨਾ ਜਾਣਾ, ਬਣੇ ਰਹਿਣਾ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਤੇ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਡਾਕਟਰ ਕਿਰਨਜੋਤ ਕੌਰ ਦੇ ਨਾਲ। ਤਾਂ ਡਾਕਟਰ ਸਾਹਿਬ, ਜਿਵੇਂ ਤੁਸੀਂ ਸਾਡੇ ਦਰਸ਼ਕਾਂ ਨੂੰ ਲੱਛਣਾਂ ਬਾਰੇ ਦੱਸਿਆ, ਕਿਵੇਂ ਬਿਮਾਰੀ ਫੈਲਦੀ ਹੈ ਉਸ ਬਾਰੇ ਦੱਸਿਆ, ਡਾਕਟਰ ਸਾਹਿਬ ਮਲੇਰੀਆ ਤੇ ਡੇਂਗੂ ਦੀ ਰੋਕਥਾਮ ਲਈ ਕੀ ਚੀਜ਼ਾਂ ਆਪਾਂ ਕਰ ਸਕਦੇ ਹਾਂ ਉਸ ਬਾਰੇ ਵੀ ਜ਼ਰੂਰ ਸਾਨੂੰ ਦੱਸਿਆ ਜਾਵੇ। ਜਿਵੇਂ ਅਸੀਂ ਕਾਰਨ ਬਾਰੇ ਗੱਲ ਕੀਤੀ ਸੀ ਕਿ ਦੋਨਾਂ ਦਾ ਫੈਲਣ ਦਾ ਮੱਛਰ ਹੀ ਹੈ, ਸੋ ਬੜਾ ਸਿੰਪਲ ਪ੍ਰੀਕਾਸ਼ਨ ਹੈ ਜਿਹਦੇ ਨਾਲ ਅਸੀਂ ਰੋਕ ਸਕਦੇ ਹਾਂ। ਅਸੀਂ ਜੇ ਮੱਛਰਾਂ ਦੀ ਗਰੋਥ ਨੂੰ ਕੰਟਰੋਲ ਕਰ ਲਈਏ ਤੇ ਕਾਫੀ ਹੱਦ ਤੱਕ ਅਸੀਂ ਮਲੇਰੀਆ ਡੇਂਗੀ ਨੂੰ ਕੰਟਰੋਲ ਕਰ ਸਕਦੇ ਹਾਂ। ਸਿੰਪਲ ਜੇ ਕਾਰਨ ਹੁੰਦੇ ਨੇ ਔਰ ਸਿੰਪਲ ਜੇ ਤਰੀਕੇ ਹੁੰਦੇ ਨੇ। ਘਰਾਂ ਵਿੱਚ ਜਿਵੇਂ ਅਸੀਂ ਆਮ ਤੌਰ ਤੇ ਜਾਲੀ ਦੇ ਦਰਵਾਜ਼ੇ ਹੁੰਦੇ ਨੇ, ਅਸੀਂ ਇਸ ਮੌਸਮ ਖਾਸ ਤੌਰ ਤੇ ਖਿਆਲ ਰੱਖੀਏ ਕਿ ਦਰਵਾਜ਼ੇ ਬੰਦ ਹੈ, ਆਪਣੇ ਜਾਲੀ ਵਾਲੇ ਦਰਵਾਜ਼ੇ ਠੀਕ ਹੋਣ। ਆਪਣੇ ਪਿੰਡਾਂ ਵਿੱਚ ਜਿਵੇਂ ਆਦਤ, ਅਸੀਂ ਆਮ ਤੌਰ ਤੇ ਬਾਹਰ ਸੌਣ ਦੀ ਆਦਤ ਹੈ, ਸਾਡੇ ਕੋਲ ਮੱਛਰਦਾਨੀਆਂ ਆਮ ਯੂਜ਼ ਹੁੰਦੀਆਂ ਨੇ, ਸੋ ਉਹ ਆਪਣੇ ਆਪ ਚੈੱਕ ਕਰੀਏ ਕਿ ਉਹਦੇ ਠੀਕ ਹੋਣ। ਜੇ ਕੋਈ ਹੈ ਉਹਦੀ ਰਿਪੇਅਰ ਹੋਏ ਜਾਂ ਨਵੀਂ ਮੱਛਰਦਾਨੀ ਲੈ ਕੇ ਉਹਦੀ ਅਸੀਂ ਵਰਤੋਂ ਕਰੀਏ। ਕੁਝ ਤਰ੍ਹਾਂ ਦੇ ਇਨਸੈਕਟ ਰੈਪੇਲੈਂਟ ਜਿਵੇਂ ਓਡੋਮੋਸ ਸਿੰਪਲ ਆਮ ਬਾਜ਼ਾਰ 'ਚ ਸਸਤਾ ਜਿਹਾ ਮਿਲ ਜਾਂਦਾ ਹੈ, ਜਾਂ ਆਲ ਆਊਟ ਹੈ, ਜਾਂ ਇੱਕ ਕਾਰਡ ਹੁੰਦੇ ਨੇ ਜਿਹੜੇ ਅਸੀਂ ਜਲਾ ਕੇ ਮੱਛਰਾਂ ਤੋਂ ਕੰਟਰੋਲ ਕਰ ਸਕਦੇ ਹਾਂ। ਇਹਨਾਂ ਕਾਰਨਾਂ ਕਰਕੇ ਪਾਣੀ ਖੜਾ ਨਾ ਹੋਣ ਦੇਈਏ, ਸਭ ਤੋਂ ਇੰਪੋਰਟੈਂਟ ਗੱਲ। ਔਰ ਡੇਂਗੀ ਦਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਸਾਫ਼ ਪਾਣੀ। ਆਮ ਤੌਰ ਤੇ ਅਸੀਂ ਆਸ-ਪਾਸ ਗੰਦਾ ਪਾਣੀ ਕਰ ਲੈਂਦੇ ਹਾਂ, ਪਰ ਕੁਝ ਘਰਾਂ ਵਿੱਚ ਜਿਵੇਂ ਕੋਈ ਫਲਾਵਰ ਪੌਟਸ ਪਏ ਹੈ, ਜਾਂ ਅਸੀਂ ਪਾਣੀ ਵਾਲਾ ਕੋਈ ਪਲਾਂਟ ਲਗਾਇਆ, ਜਾਂ ਅਸੀਂ ਕਈਆਂ ਨੇ ਘਰਾਂ 'ਚ ਮੱਛੀਆਂ ਰੱਖੀਆਂ ਹੁੰਦੀਆਂ ਨੇ, ਜਾਂ ਕੂਲਰ ਦੀ ਟੈਂਕੀਆਂ ਹੁੰਦੀਆਂ ਨੇ। ਕੁਝ ਕਾਲਨੀਜ਼ ਵਿੱਚ ਟਾਇਰ ਇਕੱਠੇ ਪਏ ਹੁੰਦੇ ਨੇ, ਕੁਝ ਪੁਰਾਣੇ ਘੜੇ ਪਏ ਆ ਸਾਡੀ ਛੱਤ ਤੇ ਜਿਹੜਾ ਅਸੀਂ ਨਹੀਂ ਦੇਖਦੇ। ਉਹਨਾਂ ਵਿੱਚ ਜਿਹੜਾ ਪਾਣੀ ਇਕੱਠਾ ਹੋ ਰਿਹਾ ਉਹ ਇੱਕ ਮੱਛਰ ਦਾ ਸਰੋਤ ਬਣ ਜਾਂਦਾ ਹੈ। ਉਹਨਾਂ ਤੇ ਕੰਟਰੋਲ ਕਰੀਏ। ਗਵਰਨਮੈਂਟ ਦਾ ਇੱਕ ਸਲੋਗਨ ਜਿਹੜਾ ਅਸੀਂ ਕਰਦੇ ਹਾਂ, ਫਰਾਈਡੇ ਇਜ਼ ਡਰਾਈ ਡੇ। ਹਰ ਸ਼ੁੱਕਰਵਾਰ ਸਾਡੀ ਇੱਕ ਗਵਰਨਮੈਂਟ ਨੇ ਸਾਨੂੰ ਇੱਕ ਦਿਨ ਦਿੱਤਾ ਹੈ ਸਲੋਗਨ। ਨਾਟ ਨੈਸੈਸਰੀ ਕਿ ਅਸੀਂ ਹਰ ਸ਼ੁੱਕਰਵਾਰ ਕਰਨਾ, ਬਟ ਅਸੀਂ ਆਪਣੇ ਤੌਰ ਤੇ ਇੱਕ ਡਿਪਾਰਟਮੈਂਟ ਵੱਲੋਂ ਹਰ ਸ਼ੁੱਕਰਵਾਰ ਘਰ ਘਰ ਟੀਮਾਂ ਜਾ ਕੇ ਹੈਲਥ ਡਿਪਾਰਟਮੈਂਟ ਦੀ ਜਨਤਾ ਦੀ ਮਦਦ ਨਾਲ ਉਹਨਾਂ ਦੇ ਘਰ ਵਿੱਚ, ਕਈ ਵਾਰ ਇੱਕ ਫ੍ਰਿਜ ਦੇ ਇੱਕ ਸਿੰਪਲ ਐਗਜ਼ਾਮਪਲ ਹੁੰਦਾ, ਫ੍ਰਿਜ ਦੇ ਪਿੱਛੇ ਇੱਕ ਟਰੇ ਹੁੰਦੀ ਹੈ ਜਿਹਦੇ 'ਚ ਪਾਣੀ ਰਿਸਦਾ ਔਰ ਇਕੱਠਾ ਹੁੰਦਾ ਹੈ, ਉਹ ਆਮ ਤੌਰ ਤੇ ਅਸੀਂ ਕਦੀ ਨਹੀਂ ਧਿਆਨ ਦਿੱਤਾ। ਸੋ ਕੂਲਰ ਦੀ ਟੈਂਕੀਆਂ ਨੇ। ਸੋ ਹਫਤੇ 'ਚ ਇੱਕ ਦਿਨ ਅਸੀਂ ਜਿਹੜੇ ਵੀ ਇਸ ਤਰ੍ਹਾਂ ਦਾ ਕੋਈ ਪਾਣੀ ਇਕੱਠਾ ਹੋਇਆ ਹੈ ਉਹਨਾਂ ਨੂੰ ਖਾਲੀ ਕਰੀਏ, ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾਈਏ, ਹੋ ਸਕੇ ਤਾਂ ਧੁੱਪ ਲਵਾਈਏ, ਕਿਉਂਕਿ ਉਹਦੇ 'ਚ ਜਦ ਪਾਣੀ ਖੜਾ ਰਹੇਗਾ ਤੇ ਮੱਛਰ ਹਮੇਸ਼ਾ ਹੋਏਗਾ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਇੱਕ ਦਿਨ ਡਰਾਈ ਕਰੀਏ। ਸਾਡੀ ਡਿਪਾਰਟਮੈਂਟ ਦੀ ਟੀਮਸ ਘਰ ਘਰ ਜਾ ਕੇ ਡਰਾਈ ਡੇ ਕਰਦੀਆਂ ਹਨ, ਔਰ ਉਹਨਾਂ ਨਾਲ ਉਹ ਤੁਹਾਨੂੰ ਗਾਈਡ ਕਰਦੀਆਂ ਨੇ ਘਰ ਜਾ ਕੇ ਕਿ ਕਿੱਥੇ ਕਿੱਥੇ ਹੋ ਸਕਦਾ ਹੈ। ਜੇ ਕੋਈ ਪਾਣੀ ਇਹੋ ਜਿਹਾ ਖੜਾ ਹੈ ਉਹਨੂੰ ਅਸੀਂ ਚੇਂਜ ਕਰ ਲਈਏ, ਕੋਈ ਪਲਾਂਟ ਹੈਗਾ ਉਹਨੂੰ ਅਸੀਂ ਪਾਣੀ ਹਫਤੇ 'ਚ ਇੱਕ ਦਿਨ ਚੇਂਜ ਕਰੀਏ। ਜੇ ਕੋਈ ਖੜਾ ਹੈ ਪਾਣੀ ਉਹਨਾਂ ਨੂੰ ਅਸੀਂ ਖਾਲੀ ਕਰੀਏ, ਤਾਂ ਕਿ ਉੱਥੋਂ ਅਸੀਂ ਆਪਣੇ ਮੱਛਰਾਂ ਤੇ ਕੰਟਰੋਲ ਕਰੀਏ, ਤਾਂ ਕਿ ਦੋਨੋਂ ਬਿਮਾਰੀਆਂ ਦਾ ਕੰਟਰੋਲ ਹੋ ਸਕੇ। ਡਾਕਟਰ ਸਾਹਿਬ, ਇਹ ਤਾਂ ਹੋ ਗਈ ਰੋਕਥਾਮ ਦੀ ਗੱਲ। ਹੁਣ ਆਪਾਂ ਕਰਦੇ ਹਾਂ ਟ੍ਰੀਟਮੈਂਟ ਦੀ ਗੱਲ, ਕਿਉਂਕਿ ਜਦੋਂ ਡੇਂਗੂ ਦੀ ਗੱਲ ਆਉਂਦੀ ਹੈ ਤੇ ਮਲੇਰੀਆ ਦੀ ਗੱਲ ਆਉਂਦੀ ਹੈ, ਲੋਕ ਟ੍ਰੀਟਮੈਂਟ ਤੋਂ ਘਬਰਾ ਜਾਂਦੇ ਨੇ। ਤਾਂ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਜੋ ਹੈ ਉਹ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ, ਉਸ ਸੰਬੰਧੀ ਤੁਸੀਂ ਚਾਨਣਾ ਪਾਓ। ਸਭ ਤੋਂ ਪਹਿਲਾਂ ਜੇ ਟ੍ਰੀਟਮੈਂਟ ਦੀ ਗੱਲ ਆਉਂਦੀ ਹੈ ਤੇ ਇੱਕ ਮੈਸੇਜ ਜੋ ਮੈਂ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ। ਕੋਈ ਬਹੁਤ ਡੈਡਲੀ ਬਿਮਾਰੀ ਜਾਂ ਇਸ ਤਰ੍ਹਾਂ ਨਹੀਂ ਹੈ ਕਿ ਜਿੱਦਾਂ ਸਾਡੇ ਕੋਲ ਇਲਾਜ ਹੀ ਨਹੀਂ ਹੈ। ਸਭ ਤੋਂ ਪਹਿਲਾਂ ਪ੍ਰੀਵੈਂਸ਼ਨ ਅਸੀਂ ਰੋਕ ਸਕਦੇ ਹਾਂ ਤੇ ਕਾਫੀ ਹੱਦ ਤੱਕ ਉਹੀ ਇਲਾਜ ਹੋ ਗਿਆ। ਜੇ ਕਿਸੇ ਨੂੰ ਹੁੰਦੀ ਹੈ ਬਿਮਾਰੀ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਆਮ ਤੌਰ ਤੇ ਮੈਜੋਰਿਟੀ ਕੇਸਿਸ ਵਿੱਚ ਸਿਰਫ ਬੁਖਾਰ ਜਾਂ ਹੱਡਪੰਜਨੀ ਜਾਂ ਸਿਰ ਦਰਦ ਹੋ ਸਕਦਾ ਹੈ, ਔਰ ਕਿਸੇ ਵੀ ਤਰ੍ਹਾਂ ਨਾਲ, ਚਾਹੇ ਉਹ ਡੇਂਗੀ ਹੈ ਚਾਹੇ ਉਹ ਮਲੇਰੀਆ ਹੈ, ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਏ, ਜੇ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੈ ਤੇ ਅਸੀਂ ਕਾਫੀ ਹੱਦ ਤੱਕ ਫੀਵਰ ਦੇ ਕਿਸੇ ਵੀ ਬੁਖਾਰ ਦੇ ਸਾਈਡ ਇਫੈਕਟਸ ਉਨੇ ਹੀ ਘੱਟ ਹੋਣਗੇ। ਸੋ ਡੇਂਗੀ ਇੱਕ ਆਪਣੇ ਆਪ ਵਿੱਚ ਇੱਕ ਵਾਇਰਲ ਤਰ੍ਹਾਂ ਦੀ ਬਿਮਾਰੀ ਹੈ ਔਰ ਇੱਕ ਵਾਇਰਲ ਤਰ੍ਹਾਂ ਬੁਖਾਰ ਹੈ। ਸਭ ਤੋਂ ਜ਼ਰੂਰੀ ਇਹਦੇ 'ਚ ਹੈ ਸਾਡੀ ਡਾਇਟ ਤੇ ਸਾਡਾ ਰੈਸਟ।
ਅਸੀਂ ਜਿਹੜੀ ਦਵਾਈਆਂ ਹੈ ਬੁਖਾਰ ਦੇ ਜਾਂ ਹੱਡ ਪੈਰ ਦੁਖਣ ਦੇ, ਉਹ ਤੁਹਾਡੇ ਡਾਕਟਰ ਤੁਹਾਨੂੰ ਜਿਹੜੀ ਵੀ ਤੁਹਾਡੀ ਦਵਾਈ ਹੋਏਗੀ, ਆਮ ਤੌਰ ਤੇ ਪੈਰਾਸੀਟਾਮੋਲ ਜਾਂ ਜਿਹੜੀ ਵੀ ਦਵਾਈਆਂ ਹੋਣਗੀਆਂ ਉਹ ਡਾਕਟਰ ਤੁਹਾਨੂੰ ਦੇਣਗੇ, ਪ੍ਰਿਸਕ੍ਰਾਈਬ ਕਰ ਦੇਣਗੇ। ਜਿਹੜਾ ਅਸੀਂ ਖਿਆਲ ਰੱਖਣਾ ਹੈ ਆਮ ਜਨਤਾ ਦੇ ਤੌਰ ਤੇ, ਅਸੀਂ ਹੈਲਦੀ ਡਾਈਟ, ਘਰ 'ਚ ਜਿਹੜਾ ਵੀ ਕੁਝ ਸਾਫ਼ ਸੁਥਰਾ ਖਾਣਾ ਬਣ ਰਿਹਾ, ਜ਼ਿਆਦਾ ਖਿਆਲ ਅਸੀਂ ਰੱਖਣਾ ਫਲੂਇਡਸ ਤੇ, ਕਿਸੇ ਵੀ ਫਾਰਮ ਵਿੱਚ ਜੋ ਤੁਹਾਨੂੰ ਪਸੰਦ ਹੈ। ਆਮ ਤੌਰ ਤੇ ਕੋਈ ਲੱਸੀ, ਕੋਈ ਜੂਸ, ਨਾਰੀਅਲ ਪਾਣੀ, ਜੋ ਵੀ ਇੱਕ ਸਾਫ਼ ਸੁਥਰਾ ਤੁਹਾਨੂੰ ਅਵੇਲੇਬਲ ਹੈ। ਪਾਣੀ ਨੂੰ ਅਸੀਂ ਬਹੁਤ ਜ਼ਿਆਦਾ, ਫਲੂਇਡ ਦਾ ਰੋਲ ਹੈ ਜਿਹੜਾ ਆਪਣੀ ਬੋਡੀ ਨੂੰ ਅਸੀਂ ਪੂਰਾ ਹਾਈਡਰੇਟਡ ਰੱਖਣਾ ਹੈ, ਰੈਸਟ ਪੂਰਾ ਕਰਨਾ ਹੈ। ਕਿਉਂਕਿ ਸ਼ੁਰੂ 'ਚ ਲੱਗਦਾ ਅਸੀਂ ਜ਼ਿਆਦਾ ਬਹਾਦਰ ਬਣਨ ਦੀ ਕੋਸ਼ਿਸ਼ ਕਰੀਏ ਕਿ ਜੇ ਬੁਖਾਰ ਹੋ ਰਿਹਾ ਕੋਈ ਨਹੀਂ ਅਸੀਂ ਕੰਮ ਕਰ ਸਕਦੇ ਹਾਂ, ਉੱਥੇ ਰੈਸਟ ਬਹੁਤ ਜ਼ਰੂਰੀ ਹੈ। ਬੋਡੀ ਦਾ, ਨੇਚਰ ਦਾ ਇੱਕ ਆਪਣਾ ਅਸੂਲ ਹੁੰਦਾ ਕਿ ਆਪਣੀ ਬੋਡੀ ਆਪਣੇ ਆਪ ਨੂੰ ਹੀ ਹੀਲ ਕਰਦੀ ਹੈ। ਸੋ ਅਸੀਂ ਉਹਨੂੰ ਜਿਹੜੀ ਸਪੋਰਟ ਕਰਨੀ ਹੈ ਹੈਲਦੀ ਡਾਈਟ ਦੀ, ਫਲੂਇਡਸ ਦੀ ਔਰ ਰੈਸਟ ਦੀ। ਸੋ ਬੋਡੀ ਆਪਣੇ ਆਪ ਹੀ ਵਿਦ ਟਾਈਮ ਉਹਦੇ ਨਾਲ ਠੀਕ ਹੋ ਜਾਏਗਾ। ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਕਿ ਆਪਾਂ ਹੈਲਦੀ ਡਾਈਟ ਲੈਣੀ ਹੈ, ਫਲੂਡਸ ਲੈਣੇ ਨੇ, ਪਰ ਜੇ ਮੈਡੀਕਲ ਟ੍ਰੀਟਮੈਂਟ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਮੈਡੀਕਲ ਟ੍ਰੀਟਮੈਂਟ ਕੀ ਉਪਲਬਧ ਹੁੰਦਾ ਹੈ ਜਿਸ ਦੇ ਨਾਲ ਆਪਾਂ ਇਸ ਬਿਮਾਰੀ ਨੂੰ ਕਿਉਰ ਕਰ ਸਕਦੇ ਹਾਂ? 90% ਤੋਂ ਜ਼ਿਆਦਾ ਕੇਸਿਸ ਜਾਂ ਮੈਜੋਰਿਟੀ ਕੇਸਿਸ ਸਿਰਫ ਬੁਖਾਰ ਹੁੰਦਾ ਹੈ ਜਾਂ ਹੱਡਪੰਜਨੀ ਹੁੰਦੀ ਹੈ, ਜਿਹੜੀ ਅਸੀਂ ਸਿੰਪਲ ਕੋਈ ਵੀ ਪੇਨ ਕਿਲਰਸ ਐਜ਼ ਸਿੰਪਲ ਪੈਰਾਸੀਟਾਮੋਲ ਨਾਲ ਵੀ ਠੀਕ ਹੋ ਜਾਂਦਾ ਹੈ। ਜਿਹੜੀ ਇੰਪੋਰਟੈਂਟ ਗੱਲ ਹੈ, ਕੋਈ ਵੀ ਵਾਇਰਲ ਬੁਖਾਰ ਹੋਏ, ਚਾਹੇ ਉਹ ਮਲੇਰੀਆ ਹੈ, ਚਾਹੇ ਉਹ ਡੇਂਗੀ ਹੈ, ਚਾਹੇ ਕਿਸੇ ਹੋਰ ਕਿਸਮ ਦਾ ਬੁਖਾਰ ਹੈ, ਸਭ ਤੋਂ ਜ਼ਰੂਰੀ ਉਹਦੇ ਵਿੱਚ ਸਾਨੂੰ ਪਾਣੀ ਜਾਂ ਫਲੂਇਡ ਦੀ ਇਨਟੇਕ ਹੈ। ਬੋਡੀ ਨੂੰ ਜੇ ਅਸੀਂ ਹਾਈਡਰੇਟਡ ਰੱਖਾਂਗੇ ਤੇ ਉਹਦੀ ਕੰਪਲਿਕੇਸ਼ਨਸ, ਉਹਦੇ ਸਾਈਡ ਇਫੈਕਟਸ, ਡੈਮੇਜਿੰਗ ਇਫੈਕਟਸ ਸਾਰੇ ਘੱਟ ਹੋਣਗੇ। ਔਰ ਦੂਸਰੀ ਗੱਲ ਰੈਸਟ, ਨੇਚਰ ਦਾ ਬਹੁਤ ਵੱਡਾ ਇੱਕ ਰੋਲ ਹੁੰਦਾ ਹੈ। ਸਾਡਾ ਸਰੀਰ ਆਪਣੇ ਆਪ ਵਿੱਚ ਹੀ ਰਿਕਵਰ ਕਰ ਲੈਂਦਾ ਜੇ ਅਸੀਂ ਉਹਨੂੰ ਇੱਕ ਸਿੰਪਟੋਮੈਟਿਕ ਸਪੋਰਟ ਦੇਣੀ ਹੁੰਦੀ ਹੈ। ਸੋ ਉਹਦੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਰੈਸਟ। ਜੇ ਅਸੀਂ ਪ੍ਰੋਪਰ ਰੈਸਟ ਕਰੀਏ, ਜੇ ਸਾਨੂੰ ਲੱਗ ਰਿਹਾ ਬੁਖਾਰ ਹੈ, ਅਸੀਂ ਬਹਾਦਰ ਨਾ ਬਣੀਏ, ਭੱਜ ਦੌੜ ਨਾ ਕਰੀਏ, ਸਰੀਰ ਨੂੰ ਰੈਸਟ ਦੀ ਲੋੜ ਹੈ। ਬੁਖਾਰ ਦਾ ਮਤਲਬ ਹੈ ਕਿ ਸਰੀਰ ਵਿੱਚ ਕੁਝ ਠੀਕ ਨਹੀਂ ਹੈ ਔਰ ਉਹਨੂੰ ਰੈਸਟ ਦੀ ਲੋੜ ਹੈ। ਸੋ ਇਸ ਲਈ ਅਸੀਂ ਰੈਸਟ ਕਰੀਏ, ਘਰ ਦਾ ਬਣਿਆ ਜਿਹੜਾ ਵੀ ਤਾਜ਼ਾ ਖਾਣਾ, ਜੋ ਕੁਝ ਸਾਡੇ ਆਲੇ ਦੁਆਲੇ ਫਰੈਸ਼ ਅਵੇਲੇਬਲ ਹੈ, ਬਹੁਤ ਜ਼ਿਆਦਾ ਆਪਣੀ ਲਿਮਿਟਸ ਤੋਂ ਬਾਹਰ ਜਾ ਕੇ ਜਾਂ ਇਸ ਤਰ੍ਹਾਂ ਦੇ ਕੋਈ ਰਿਚ ਫੂਡਸ ਕਿ ਜਿਹੜੇ ਅਸੀਂ ਬਾਹਰ ਜਾ ਕੇ ਲਈਏ, ਉਹਨਾਂ ਦੀ ਲੋੜ ਨਹੀਂ ਹੁੰਦੀ। ਜੋ ਹਰੇਕ ਦੇ ਘਰ 'ਚ ਆਮ ਤਾਜ਼ਾ ਖਾਣਾ ਬਣ ਰਿਹਾ, ਜੋ ਸਾਡਾ ਲਿਕੁਇਡ ਜਿਸ ਫਾਰਮ 'ਚ ਅਸੀਂ ਲੈ ਸਕੀਏ, ਚਾਹੇ ਤੁਹਾਡਾ ਫੇਵਰੇਟ ਕੁਝ ਵੀ ਹੈ, ਲੱਸੀ ਹੈ, ਨਾਰੀਅਲ ਪਾਣੀ ਹੈ, ਨਿੰਬੂ ਪਾਣੀ ਹੈ, ਕੁਝ ਵੀ ਜੋ ਕੁਝ ਤੁਸੀਂ ਲੈਣਾ ਚਾਹੁੰਦੇ ਹੋ, ਕੋਈ ਜੂਸ, ਸੌਫਟ ਡਰਿੰਕ, ਸਿਰਫ ਆਈਡੀਆ ਹੈ ਕਿ ਸਾਡੀ ਬੋਡੀ ਨੂੰ ਅਸੀਂ ਫਲੂਇਡ ਦਿੰਦੇ ਰਹੀਏ ਔਰ ਐਡਿਕੁਏਟ ਰੈਸਟ ਕਰੀਏ। ਬਿਮਾਰੀਆਂ ਦੀ ਜਿਹੜੀ ਦਵਾਈਆਂ ਹੈ ਉਹ ਤੁਹਾਡੇ ਡਾਕਟਰ ਤੁਹਾਨੂੰ ਜਿਹੜੀ ਵੀ ਬਿਮਾਰੀ ਦੀ, ਕਿਉਂਕਿ ਦੋਨਾਂ ਕੇਸਿਸ ਵਿੱਚ ਬਹੁਤ ਜ਼ਿਆਦਾ ਦਵਾਈਆਂ ਦੀ ਲੋੜ ਨਹੀਂ ਹੁੰਦੀ ਅਨਲੈਸ ਉਹ ਕੁਝ ਰੇਅਰ ਕੇਸਿਸ ਜਿਨ੍ਹਾਂ 'ਚੋਂ ਕੰਪਲਿਕੇਸ਼ਨ ਹੋਈ ਹੈ, ਉੱਥੇ ਸਾਨੂੰ ਇੰਟਰਵੈਂਸ਼ਨ ਦੀ ਲੋੜ ਪੈ ਸਕਦੀ ਹੈ, ਹਸਪੀਟਲ ਐਡਮਿਟ ਹੋਣ ਦੀ ਵੀ ਲੋੜ ਪੈ ਸਕਦੀ ਹੈ। ਪਰ ਇਹਦੇ ਬਾਰੇ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ। ਤੁਸੀਂ ਆਪਣੇ ਜਿਹੜਾ ਵੀ ਤੁਹਾਡੇ ਨਜ਼ਦੀਕ ਕੋਈ ਕੁਆਲੀਫਾਈਡ ਡਾਕਟਰ ਹੈ, ਤੁਸੀਂ ਉਹਨੂੰ ਸਲਾਹ ਕਰਕੇ ਜੋ ਦਵਾਈ ਤੁਹਾਨੂੰ ਕਹਿੰਦੇ ਨੇ ਉਸ ਤਰ੍ਹਾਂ ਦੀ ਸਿੰਪਲ ਦਵਾਈ ਆ, ਔਰ ਕੋਈ ਪੈਨਿਕ ਨਹੀਂ ਕਰਨਾ, ਰੈਸਟ ਕਰੋ, ਸਾਫ਼ ਸੁਥਰਾ ਖਾਣਾ ਖਾਓ, ਸਿੰਪਲ ਸਿੰਪਟੋਮੈਟਿਕ ਟ੍ਰੀਟਮੈਂਟ ਨਾਲ ਇਹ ਠੀਕ ਹੋ ਜਾਏਗਾ। ਜਿੱਥੇ ਕੰਪਲਿਕੇਸ਼ਨਸ ਹੈ ਉੱਥੇ ਗਵਰਨਮੈਂਟ ਦੇ ਵੀ ਪੂਰੀ ਟ੍ਰੀਟਮੈਂਟ, ਗਵਰਨਮੈਂਟ ਵੱਲੋਂ ਵੀ ਪੂਰਾ ਫ੍ਰੀ ਹੁੰਦਾ ਹੈ ਔਰ ਸਾਰੀ ਫੈਸਿਲਿਟੀਜ਼ ਤਕਰੀਬਨ ਸਾਰੇ ਹਸਪੀਟਲਸ ਵਿੱਚ ਅਵੇਲੇਬਲ ਹੁੰਦੀਆਂ। ਸੋ ਪੈਨਿਕ ਕਰਕੇ, ਘਬਰਾ ਕੇ ਕਿ ਹੁਣ ਪੇਸ਼ੈਂਟ ਨੂੰ ਕੋਈ ਬਿਮਾਰੀ ਹੋ ਗਈ ਤਾਂ ਅਸੀਂ ਹਸਪੀਟਲ ਭੱਜਣਾ ਪਏਗਾ, ਜ਼ਿਆਦਾਤਰ ਕੇਸਿਸ ਵਿੱਚ ਹਸਪੀਟਲਾਈਜੇਸ਼ਨ ਦੀ ਵੀ ਲੋੜ ਨਹੀਂ ਹੁੰਦੀ, ਦਾਖਲ ਨਹੀਂ ਕਰਾਉਣਾ ਪੈਂਦਾ ਮਰੀਜ਼ ਨੂੰ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਇਸ ਦਾ ਇਲਾਜ ਬੜਾ ਸੌਖਾ ਹੈ, ਕਈ ਵਾਰ ਲੋਕ ਕੀ ਕਰਦੇ ਨੇ ਕਿ ਜੇਕਰ ਇੱਕ ਬਿਮਾਰੀ ਕਿਸੇ ਨੂੰ ਲੱਗੀ ਹੈ, ਉਹ ਠੀਕ ਹੋ ਗਏ ਨੇ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਲੈ ਕੇ, ਉਹੀ ਸੇਮ ਪ੍ਰਿਸਕ੍ਰਿਪਸ਼ਨ ਜਿਹੜੀ ਹੈ ਉਹ ਰਿਸ਼ਤੇਦਾਰ ਵੀ ਫੋਲੋ ਕਰਦੇ ਨੇ ਤੇ ਆਪਣੇ ਆਸ ਪੜੋਸ ਦੇ ਲੋਕ ਵੀ ਫੋਲੋ ਕਰਦੇ ਨੇ। ਇਹ ਕਿਸ ਹੱਦ ਤੱਕ ਸਹੀ ਹੈ? ਹਾਂ, ਤੁਸੀਂ ਬਹੁਤ ਅੱਛਾ ਗੱਲ ਕੀਤੀ, ਜਿਹਦੇ ਕਰਕੇ ਮੈਨੂੰ ਵੀ ਲੱਗਿਆ ਕਿ ਇਹ ਮੈਸੇਜ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਹੈ। ਹੋ ਸਕਦਾ ਪ੍ਰਿਸਕ੍ਰਿਪਸ਼ਨ ਬਹੁਤ ਸਿੰਪਲ ਹੋਏ, ਬੇਸਿਕ ਜੀ ਦਵਾਈਆਂ ਹੋਣ, ਸੋ ਸਾਨੂੰ ਲੱਗਦਾ ਕਿ ਜੇ ਕਿਸੇ ਗੁਆਂਢੀ ਨੇ ਖਾ ਲਈ ਔਰ ਉਹ ਠੀਕ ਹੋ ਗਿਆ, ਜਾਂ ਕਿਸੇ ਬਹੁਤ ਅੱਛੇ ਵੱਡੇ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ, ਤੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਉੱਥੇ ਤੱਕ ਕੀ ਜਾਣਾ, ਉਹਦੀ ਪ੍ਰਿਸਕ੍ਰਿਪਸ਼ਨ ਨਾਲ ਹੀ ਅਸੀਂ ਆਪਣੇ ਇਲਾਜ ਕਰ ਲਈਏ। ਜਦ ਕਿ ਦਵਾਈਆਂ ਜਿਹੜੀ ਹੁੰਦੀਆਂ, ਸਿੰਪਲ ਦਵਾਈਆਂ ਵੀ, ਜਿਹੜੀ ਹਰ ਇੱਕ ਦੇ ਸਰੀਰ ਤੇ ਇੱਕ ਸਰੀਰ ਆਪਣੇ ਆਪ 'ਚ ਇੱਕ ਅਨੋਖੀ ਚੀਜ਼ ਹੁੰਦਾ, ਹਰ ਇੱਕ ਦੇ ਸਰੀਰ ਦਾ ਇੱਕ ਅਲੱਗ ਰਿਐਕਸ਼ਨ ਹੁੰਦਾ ਇੱਕ ਬਿਮਾਰੀ ਨੂੰ, ਇੱਕ ਉਹਦੀ ਦਵਾਈਆਂ ਨੂੰ। ਸੋ ਜਿਹੜਾ ਕੋਈ ਡਾਕਟਰ ਹੋਏਗਾ, ਹੋ ਸਕਦਾ ਹੈ ਤੁਹਾਨੂੰ ਪੂਰਾ ਐਗਜ਼ਾਮਿਨ ਕਰਨ ਤੋਂ ਬਾਅਦ ਉਹੀਓ ਦਵਾਈਆਂ ਹੀ ਲਿਖੇ, ਜਿਹੜਾ ਸਾਨੂੰ ਲੱਗਦਾ ਫਿਰ ਜਾ ਕੇ ਕੀ ਫਾਇਦਾ ਹੋਇਆ, ਹੈ ਨਾ, ਅਸੀਂ ਉਹੀਓ ਦਵਾਈਆਂ ਤੇ ਲਿਖਵਾ ਲਈਆਂ। ਬਟ ਉਸਨੇ ਇਹ ਦੇਖਣਾ ਹੁੰਦਾ, ਡਾਕਟਰ ਨੇ ਉਸ ਲਈ ਤੁਹਾਨੂੰ ਇਹ ਦੇਖਣਾ ਹੈ, ਤੁਹਾਡੀ ਬਿਮਾਰੀ ਦੇ ਇਲਾਜ ਕਰਨ ਦੇ ਨਾਲ ਨਾਲ ਉਹਨੇ ਇਹ ਦੇਖਣਾ ਕਿ ਤੁਹਾਡੀ ਕੀ ਕੰਡੀਸ਼ਨ ਹੈ, ਤੁਹਾਡੀ ਕੀ ਏਜ ਹੈ, ਤੁਹਾਨੂੰ ਕੋਈ ਹੋਰ ਬਿਮਾਰੀ ਤੇ ਨਹੀਂ ਹੈ, ਜਿਹੜੀ ਸਾਰਿਆਂ ਨਾਲ ਤੁਹਾਨੂੰ ਜਿਹੜੀ ਦਵਾਈ ਦੇਈ ਜਾ ਰਹੀ ਹੈ ਉਹਦੇ ਕੋਈ ਸਾਈਡ ਇਫੈਕਟ ਜਾਂ ਕਿਸੇ ਤੁਹਾਡੀ ਕੰਡੀਸ਼ਨ ਨਾਲ
ਐਡਿਡ ਕੰਪਲਿਕੇਸ਼ਨ ਤੇ ਨਹੀਂ ਹੁੰਦਾ ਜੀ। ਜਾਂ ਕੱਲ ਨੂੰ ਅਸੀਂ ਤੁਹਾਨੂੰ ਅੱਜ ਅਸੀਂ ਇੱਕ ਦਵਾਈ ਦੇ ਰਹੇ ਹਾਂ ਤਾਂ ਹੋ ਸਕਦਾ ਹੈ ਅੱਜ ਦੀ ਏਜ 'ਚ ਤੁਹਾਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਾ ਹੋਏ, ਲੇਕਿਨ ਕੱਲ ਨੂੰ ਤੁਸੀਂ ਕੁਝ ਸਾਲਾਂ ਬਾਅਦ 20 25 30 ਸਾਲਾਂ ਬਾਅਦ ਜਾ ਕੇ ਜਿਹੜੀ ਤੁਸੀਂ ਉਹ ਦਵਾਈ ਖਾਈ ਹੈ ਉਹਦੇ ਨਾਲ ਕੋਈ ਪ੍ਰੋਬਲਮ ਹੋ ਸਕੇ। ਸੋ ਇਹ ਤੁਹਾਡਾ ਡਾਕਟਰ ਹੀ ਡਿਸਾਈਡ ਕਰੇਗਾ। ਸੋ ਇਹ ਇੱਕ ਮੈਂ ਮੈਸੇਜ ਬਹੁਤ ਬਹੁਤ ਅੱਛੀ ਗੱਲ ਔਰ ਬਹੁਤ ਜ਼ਰੂਰੀ ਹੈ। ਸੈਲਫ ਮੈਡੀਕੇਸ਼ਨ, ਉਹ ਵੀ ਕਿ ਜਿਹੜਾ ਕੋਈ ਗੁਆਂਢੀ ਨੇ ਦਵਾਈ ਖਾ ਲਈ ਜਾਂ ਸਾਨੂੰ ਦੱਸਤਾ ਅਸੀਂ ਉਹ ਖਾਣ, ਇਸ ਤਰ੍ਹਾਂ ਨਾ ਕਰਨ ਦੀ ਬਜਾਏ ਆਪਣੇ ਡਾਕਟਰ ਨੂੰ ਇੱਕ ਵਾਰ ਆਪਣੀ ਕੰਡੀਸ਼ਨ ਨਾਲ ਆਪਣੇ ਤਰੀਕੇ ਨਾਲ ਕੰਸਲਟ ਕਰੀਏ ਔਰ ਜੋ ਸਾਨੂੰ ਦਵਾਈ ਸਮਝਾਉਣ ਅਸੀਂ ਉਹੀਓ ਦਵਾਈ ਲਈਏ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਆਪਣਾ ਇਲਾਜ ਖੁਦ ਨਹੀਂ ਕਰਨਾ ਚਾਹੀਦਾ, ਬਕਾਇਦਾ ਡਾਕਟਰ ਕੋਲ ਜਾਣਾ ਚਾਹੀਦਾ ਹੈ, ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਦੱਸਣਾ ਚਾਹੀਦਾ ਹੈ ਤੇ ਫਿਰ ਉਹ ਜੋ ਇਲਾਜ ਕਹਿਣ ਆਪਾਂ ਨੂੰ ਉਹੀ ਫੋਲੋ ਕਰਨਾ ਚਾਹੀਦਾ ਹੈ। ਦਰਸ਼ਕੋ, ਇਸ ਵਿਸ਼ੇ ਦੇ ਨਾਲ ਸੰਬੰਧਿਤ ਗੱਲਬਾਤ ਜਾਰੀ ਰੱਖਾਂਗੇ ਕਿ ਭਰਮ ਇਹਨਾਂ ਬਿਮਾਰੀਆਂ ਦੇ ਨਾਲ ਜੁੜੇ ਹੋਏ ਨੇ ਜਾਂ ਹੋਰ ਜੋ ਵੀ ਇਸ ਵਿਸ਼ੇ ਦੇ ਨਾਲ ਜੁੜੀਆਂ ਗੱਲਾਂ ਨੇ ਉਸ ਬਾਰੇ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ। ਜਾਣਾ ਕਿਤੇ ਨਹੀਂ, ਜੁੜੇ ਰਹਿਣਾ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਤੇ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੈਲਦੀ ਲਾਈਫ ਦੇ ਵਿੱਚ। ਹੁਣ ਅਸੀਂ ਗੱਲ ਕਰਾਂਗੇ ਡਾਕਟਰ ਕਿਰਨਜੋਤ ਕੌਰ ਦੇ ਨਾਲ ਕਿ ਮਲੇਰੀਆ ਤੇ ਡੇਂਗੂ ਨੂੰ ਲੈ ਕੇ ਜੋ ਭਰਮ ਪੈਦਾ ਹੁੰਦੇ ਨੇ ਲੋਕਾਂ ਦੇ ਵਿੱਚ। ਡਾਕਟਰ ਸਾਹਿਬ, ਬੜੇ ਤਰ੍ਹਾਂ ਦੇ ਭਰਮ ਲੋਕਾਂ ਨੂੰ ਪੈ ਜਾਂਦੇ ਨੇ ਕਿ ਹੁਣ ਡੇਂਗੂ ਹੋ ਗਿਆ, ਸਾਡੇ ਸੈੱਲ ਕੱਟਣਗੇ, ਲੋਕ ਘਬਰਾ ਜਾਂਦੇ ਨੇ। ਇਸ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ, ਜਾਗਰੂਕਤਾ ਕਿਸ ਤਰ੍ਹਾਂ ਪੈਦਾ ਹੋ ਸਕਦੀ ਹੈ? ਇਹ ਵੀ ਤੁਸੀਂ ਬੜੀ ਅੱਛੀ ਗੱਲ ਕੀਤੀ। ਆਮ ਤੌਰ ਤੇ ਨਾ ਇੱਕ ਪੈਨਿਕ ਹੋ ਜਾਂਦਾ ਹੈ ਕਿ ਹੁਣ ਸਾਨੂੰ ਡੇਂਗੀ ਦਾ ਬੁਖਾਰ ਹੋ ਗਿਆ, ਸੈੱਲ ਕੱਟਣਗੇ, ਖੂਨ ਚੜਾਉਣਾ ਪਏਗਾ ਜਾਂ ਹਸਪਤਾਲ ਹੈ ਜਾਣਾ ਪਏਗਾ ਜਾਂ ਪੇਸ਼ੈਂਟ ਦਾ ਜਾਨ ਦਾ ਖਤਰਾ ਨਾ ਹੋ ਜਾਏ। ਜ਼ਿਆਦਾਤਰ ਕੇਸਿਸ ਸਿੰਪਲ ਬੁਖਾਰ ਹੁੰਦਾ ਹੈ, ਰੈਸਟ ਨਾਲ, ਸਿੰਪਲ ਦਵਾਈਆਂ ਨਾਲ ਠੀਕ ਹੋ ਜਾਂਦੇ ਹੈ। ਕੁਝ ਕੇਸਿਸ ਹੁੰਦੇ ਹੈ ਜਿਹੜੇ ਕੰਪਲਿਕੇਟਡ ਹੈ, ਜਿਹਨੂੰ ਆਪਾਂ ਡੇਂਗੀ ਵਾਸਤੇ ਹੈਮਰੇਜਿਕ ਫੀਵਰ ਕਹਿੰਦੇ ਆ। ਉਹ ਬਹੁਤ ਘੱਟ ਕੇਸ ਹੁੰਦੇ ਹੈ। ਉਹਨਾਂ ਵਿੱਚ ਕੁਝ ਇਹੋ ਜਿਹਾ ਸਿੰਪਟਮ, ਜੇ ਕੋਈ ਬਹੁਤ ਤੇਜ਼ ਹੱਡ-ਭਜਨੀ ਵੀ ਬਹੁਤ ਜਿਹੜੀ ਬਿਲਕੁਲ ਐਗਜ਼ੈਂਪਲਰੀ ਕੁਝ ਬਹੁਤ ਜ਼ਿਆਦਾ ਹੋ ਰਹੀ ਹੋਏ, ਕੰਟਰੋਲ ਨਹੀਂ ਹੋ ਰਹੀ, ਜਾਂ ਕਈ ਵਾਰ ਬਹੁਤ ਜ਼ਿਆਦਾ ਸਿਰ ਦਰਦ ਹੋ ਰਿਹਾ ਜਾਂ ਪੇਟ ਦਰਦ ਹੋ ਰਿਹਾ, ਉਲਟੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ, ਕਈ ਵਾਰ ਹੁੰਦਾ ਛਪਾਕੀ ਜੀ ਪੈ ਜਾਂਦੀ ਹੈ ਜਾਂ ਦੰਦਾਂ ਚੋਂ ਖੂਨ ਆ ਰਿਹਾ ਜਾਂ ਕਿਸੇ ਪਾਰਟ ਤੇ ਸਾਨੂੰ ਖੂਨ ਆ ਰਿਹਾ, ਕਈ ਵਾਰ ਪਿਸ਼ਾਬ ਕਰਨ ਨਾਲ ਖੂਨ ਆ ਰਿਹਾ, ਮੂੰਹ ਚੋਂ ਬ੍ਰਸ਼ ਕਰਦੇ ਆ ਤੇ ਖੂਨ ਆ ਰਿਹਾ, ਜਾਂ ਸਾਨੂੰ ਲੱਗਦਾ ਕਿ ਸਾਡੀ ਬਲੀਡਿੰਗ ਹੋ ਰਹੀ ਹੈ, ਜਾਂ ਇੱਕਦਮ ਤੋਂ ਪੇਸ਼ੈਂਟ ਬੇਹੋਸ਼ ਹੋ ਰਿਹਾ, ਘਬਰਾ ਕੇ ਗਿਰ ਰਿਹਾ। ਸਿਰਫ ਉਹ ਬਹੁਤ ਘੱਟ ਕੇਸ ਹੁੰਦੇ ਜਿਨ੍ਹਾਂ 'ਚ ਇਹੋ ਜਿਹੀ ਕੰਪਲਿਕੇਸ਼ਨਸ ਹੁੰਦੀ ਹੈ। ਉਹਨਾਂ ਵਿੱਚ ਜ਼ਰੂਰ ਅਸੀਂ ਇਮੀਡੀਏਟ ਹਸਪੀਟਲ ਔਰ ਸਾਨੂੰ ਐਮਰਜੈਂਸੀ ਕੇਅਰ ਦੀ ਲੋੜ ਹੁੰਦੀ ਹੈ, ਪਰ ਉਹ ਬਹੁਤ ਘੱਟ ਕੇਸ ਹੁੰਦੇ ਔਰ ਆਮ ਤੌਰ ਤੇ ਹੁੰਦਾ ਡੇਂਗੀ ਹੋ ਗਿਆ ਜਾਂ ਬੁਖਾਰ ਹੋ ਗਿਆ ਤੇ ਸਾਨੂੰ ਜ਼ਰੂਰੀ ਡੇਂਗੀ ਹੈ, ਔਰ ਡੇਂਗੀ ਹੋਇਆ ਤੇ ਪੇਸ਼ੈਂਟ ਜਾ ਕੇ ਅਸੀਂ ਤੇ ਸੈੱਲ ਕਰਾ ਰਹੇ ਹਾਂ, ਆਪਣਾ ਪਲੇਟਲੇਟ ਘਟ ਰਿਹਾ ਔਰ ਉਹਦੇ ਕਰਕੇ ਅਸੀਂ ਘਬਰਾ ਕੇ ਗਲਤ ਬੰਦਿਆਂ ਕੋਲ ਵੀ ਟ੍ਰੀਟਮੈਂਟ ਵਾਸਤੇ ਜਾਂ ਲੋਕਲ ਇਲਾਜ ਤੇ ਜਿਹੜੇ ਗਲਤ ਤਰੀਕੇ ਨਾਲ ਵੀ ਇਲਾਜਾਂ 'ਚ ਪੈ ਜਾਂਦੇ ਨੇ। ਸੋ ਉਹਨਾਂ ਗੱਲਾਂ ਨੂੰ ਨਾ ਅਸੀਂ ਖਿਆਲ ਕਰੀਏ। ਮੋਸਟਲੀ ਕੇਸਿਸ ਜਿਹੜੇ ਹੁੰਦੇ ਨੇ ਸਿੰਪਲ ਦਵਾਈਆਂ ਨਾਲ, ਸਿੰਪਲ ਇਲਾਜ ਨਾਲ ਠੀਕ ਹੋ ਜਾਣਗੇ। ਜੇ ਕੋਈ ਹੁੰਦਾ ਹੈ ਇਹੋ ਜਿਹਾ ਕੇਸ, ਉੱਥੇ ਜਿਹੜਾ ਵੀ ਸਾਡਾ ਨੀਅਰ ਕੋਈ ਕੁਆਲੀਫਾਈਡ ਡਾਕਟਰ, ਉਹਨੂੰ ਜਾ ਕੇ ਆਪਣਾ ਟੈਸਟ ਕਰਾਈਏ। ਜਿਹੜੇ ਵੀ ਟੈਸਟ ਹੁੰਦੇ ਨੇ, ਹਰ ਇੱਕ ਸਿਰਫ ਸੈੱਲ ਹੀ ਉਹਦਾ ਡੇਂਗੀ ਦਾ ਟੈਸਟ ਨਹੀਂ ਹੁੰਦਾ, ਸੋ ਉਹਦੇ ਟੈਸਟ ਕਰਾਈਏ। ਜੇ ਕੋਈ ਸੈੱਲ ਐਕਚੁਅਲੀ ਬਹੁਤ ਜ਼ਿਆਦਾ ਘਟ ਰਹੇ, ਫਿਰ ਸਾਡੇ ਕੋਲ ਹਰ ਹਸਪੀਟਲ 'ਚ ਇੰਤਜ਼ਾਮ ਹੁੰਦਾ ਹੈ ਸੈੱਲ ਨੂੰ ਟ੍ਰਾਂਸਫਿਊਜ਼ ਕਰਨ ਦਾ। ਜੇ ਬਲੱਡ ਦੀ ਲੋੜ ਹੈ ਜਾਂ ਪਲੇਟਲੇਟ ਟ੍ਰਾਂਸਫਿਊਜ਼ ਕਰਨਾ ਹੈ, ਉਹ ਹਰ ਜਗ੍ਹਾ ਹੋ ਸਕਦਾ, ਪਰ ਉਹ ਬਹੁਤ ਘੱਟ, ਜਿਵੇਂ ਸਾਰੀ ਬਿਮਾਰੀਆਂ ਦੇ ਕੁਝ ਕੰਪਲਿਕੇਟਡ ਕੇਸ ਹੁੰਦੇ ਨੇ, ਸੋ ਕੁਝ % ਹੀ ਕੇਸ ਹੁੰਦੇ ਜਿਨ੍ਹਾਂ ਵਿੱਚ ਇਹਨਾਂ ਸਾਰਿਆਂ ਦੀ ਲੋੜ ਪੈਂਦੀ ਹੈ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਟ੍ਰਾਂਸਫਿਊਜ਼ਨ ਹੋ ਸਕਦੀ ਹੈ, ਕੁਝ ਲੋਕ ਨੇ ਜੋ ਸੈੱਲ ਕੱਟਣ ਤੋਂ ਬਾਅਦ ਘਬਰਾ ਜਾਂਦੇ ਨੇ, ਫਿਰ ਘਰੇਲੂ ਉਪਚਾਰ ਕਰਨੇ ਸ਼ੁਰੂ ਕੀਤੇ ਜਾਂਦੇ ਨੇ, ਉਹ ਕਿਸ ਕੁ ਹੱਦ ਤੱਕ ਸਹੀ ਹੁੰਦੇ ਨੇ? ਕਈ ਤਰ੍ਹਾਂ ਦੇ ਇਹਦੇ ਨਾਲ ਮਿਥਸ ਹੈਗੀਆਂ ਕਿ ਅਸੀਂ ਕੋਈ ਖਾਸ ਤੌਰ ਤੇ ਦੁੱਧ ਪੀਜੀਏ ਜਾਂ ਕੋਈ ਖਾਸ ਫਰੂਟ ਖਾਈਏ ਜਾਂ ਕੁਝ ਅਸੀਂ ਨਾਰੀਅਲ ਪਾਣੀ ਹੀ ਸਿਰਫ ਪੀਣਾ ਹੈ। ਸੋ ਉਹ ਚੀਜ਼ਾਂ ਨੂੰ ਅਸੀਂ, ਉਹਦਾ ਕੋਈ ਰੋਲ ਨਹੀਂ ਹੈ, ਉਹਨੂੰ ਅਸੀਂ ਹਮੇਸ਼ਾ ਡਿਸਕਰੇਜ ਕਰਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਇਹਨਾਂ ਚੀਜ਼ਾਂ ਨਾਲ ਸਿਰਫ ਇਹ ਕਿ ਤੁਹਾਨੂੰ ਇੱਕ ਨਿਊਟ੍ਰੀਸ਼ਨ ਮਿਲ ਰਹੀ ਹੈ, ਫਲੂਇਡ ਮਿਲ ਰਿਹਾ ਹੈ, ਜੋ ਆਮ ਸਾਡੇ ਘਰ ਦੇ ਖਾਣੇ 'ਚ ਵੀ ਮਿਲ ਸਕਦਾ, ਜੋ ਆਮ ਸਾਡੇ ਘਰਾਂ ਵਿੱਚ ਲਿਕੁਇਡਸ ਉਪਲਬਧ ਹੈ ਉਹਨਾਂ ਵਿੱਚ ਵੀ ਮਿਲ ਸਕਦਾ। ਸਿੰਪਲ ਨਿੰਬੂ ਪਾਣੀ ਵੀ ਉਹੀ ਚੀਜ਼ ਹੈ ਜਿਹੜਾ ਤੁਹਾਨੂੰ ਨਾਰੀਅਲ ਪਾਣੀ ਤਾਕਤ ਦੇ ਰਿਹਾ, ਜਾਂ ਕੋਈ ਫਰੂਟਸ ਜਿਹੜੇ ਤੁਹਾਡੇ ਆਪਣੇ ਲੋਕਲ ਸੀਜ਼ਨਲ ਹੈ। ਫਰੂਟਸ ਵਿੱਚ ਐਂਟੀਆਕਸੀਡੈਂਟਸ, ਕਈ ਤਰ੍ਹਾਂ ਦੇ ਫਾਈਬਰ, ਮੈਗਨੀਸ਼ੀਅਮ, ਕੈਲਸ਼ੀਅਮ, ਬਹੁਤ ਕੁਝ ਹੁੰਦਾ ਹੈ। ਸੋ ਐਸਾ ਨਹੀਂ ਹੈ ਕਿ ਉਹ ਇੱਕ ਖਾਸ ਤੌਰ ਦੇ ਫਰੂਟ ਵਿੱਚ ਹੀ ਹੁੰਦਾ, ਉਹ ਆਮ ਜਿਹੜੇ ਸਾਡੇ ਆਮ ਫਰੂਟਸ ਹੁੰਦੇ, ਹਰ ਇੱਕ ਏਰੀਆ ਦੇ ਹਰ ਇੱਕ ਸੀਜ਼ਨਲ ਫਰੂਟਸ ਹੁੰਦਾ, ਸਭ ਦੀ ਨਿਊਟ੍ਰੀਸ਼ਨਲ ਵੈਲਿਊਜ਼ ਹੁੰਦੀਆਂ। ਸੋ ਅਸੀਂ ਇਹਨਾਂ ਪਿੱਛੇ ਨਾ ਜਾਂ ਕੋਈ
ਸਪੈਸ਼ਲ ਦੁੱਧ ਹੀ ਪੀਣਾ ਹੈ। ਸਿੰਪਲ ਫਲੂਇਡ, ਸਿੰਪਲ ਜੋ ਕੁਝ ਤੁਹਾਡੇ ਘਰ 'ਚ ਅਵੇਲੇਬਲ ਹੈ, ਬਾਹਰਲੀ ਚੀਜ਼ਾਂ ਅਵੋਇਡ ਕਰਕੇ ਦੁੱਧ ਪੀਣਾ ਹੈ। ਕੋਈ ਵੀ ਦੁੱਧ ਕਰਕੇ ਚੰਗੀ ਤਰ੍ਹਾਂ ਉਬਾਲ ਕੇ, ਜਾਂ ਜੇ ਕੋਈ ਫਰੂਟ ਖਾਣਾ ਹੈ ਤੇ ਉਹ ਖੱਟਾ ਨਾ ਹੋਏ, ਜਾਂ ਤੁਹਾਡੇ ਹੋਰ ਨਾ ਹੋਏ, ਇਹ ਨਾ ਹੋਏ ਕਿ ਅਸੀਂ ਡੈਂਗੀ ਠੀਕ ਕਰਦੇ ਕਰਦੇ ਖੱਟੇ ਫਰੂਟ ਨੂੰ ਕਰਕੇ ਅਸੀਂ ਗਲਾ ਖਰਾਬ ਕਰ ਲਈਏ, ਜਾਂ ਅਸੀਂ ਦੁੱਧ ਬਿਨਾਂ ਉਬਾਲੇ ਅਸੀਂ ਪੇਟ ਦੀ ਹੋਰ ਇਨਫੈਕਸ਼ਨ ਲੈ ਲਈਏ। ਸੋ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਡਾਕਟਰ ਸਾਹਿਬ, ਮਲੇਰੀਆ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਡੇਂਗੂ ਬਾਰੇ ਦਿੱਤੀ। ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਕਿ ਇਸ ਮੌਸਮ ਦੇ ਵਿੱਚ ਮਲੇਰੀਆ ਤੇ ਡੇਂਗੂ ਤੋਂ ਇਲਾਵਾ ਹੋਰ ਕਿਹੜੀਆਂ ਅਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਬਚਣ ਦੀ ਲੋੜ ਹੈ? ਆਮ ਤੌਰ ਤੇ ਅਸੀਂ ਜਿਹੜੀ ਗੱਲ ਕਰ ਰਹੇ ਸੀ, ਮਲੇਰੀਆ ਡੇਂਗੀ ਸਭ ਤੋਂ ਕਾਮਨ ਨਹੀਂ ਹੈ। ਉਸ ਤੋਂ ਇਲਾਵਾ ਕਈ ਤਰ੍ਹਾਂ ਦੇ ਗੈਸਟ੍ਰੋਐਂਟਰਾਈਟਿਸ, ਡਾਇਰੀਆ, ਸਕਿਨ ਇਨਫੈਕਸ਼ਨਸ ਇਸ ਮੌਸਮ ਵਿੱਚ ਆਮ ਤੌਰ ਤੇ ਅਸੀਂ ਆਪਣੀ ਪਰਸਨਲ ਹਾਈਜੀਨ ਦਾ ਖਿਆਲ ਨਹੀਂ ਰੱਖਦੇ, ਜਾਂ ਉਹਨੂੰ ਅਸੀਂ ਥੋੜਾ ਨਿਗਲੈਕਟ ਕਰ ਦਿੰਦੇ ਹਾਂ। ਇੱਕ ਬੜਾ ਸਿੰਪਲ ਜਿਹਾ ਰਿਚੁਅਲ ਮੈਂ ਦੇਖਿਆ, ਜਿਹੜਾ ਆਮ ਮੈਂ ਇੰਨੇ ਸਾਲਾਂ 'ਚ ਦੇਖਿਆ, ਕਿ ਉਹ ਕੋਈ ਜਿਹੜਾ ਅਸੀਂ ਨਹਾਉਣ ਤੋਂ ਬਾਅਦ ਨਾ ਪਿੰਡਾ ਅਸੀਂ ਸੁਖਾਉਂਦੇ ਨਹੀਂ, ਅਸੀਂ ਐਂ ਗਿੱਲੇ ਕੱਪੜੇ ਪਾ ਲੈਂਦੇ ਕਿ ਚਲੋ ਪੱਖੇ ਨੀਚੇ ਬੈਠਾਂਗੇ ਤੇ ਮੌਸਮ ਹਵਾ ਥੋੜਾ ਠੰਡਾ ਹੋ ਜਾਏਗਾ। ਜਦਕਿ ਸਕਿਨ ਇਨਫੈਕਸ਼ਨ ਸਭ ਤੋਂ ਜ਼ਿਆਦਾ ਤਾਂ ਹੀ ਹੋਣਗੀਆਂ ਜੇ ਉੱਥੇ ਤੁਹਾਡੀ ਸਕਿਨ ਪ੍ਰੋਪਰਲੀ ਡਰਾਈ ਨਹੀਂ ਹੋਏਗੀ। ਜੇ ਅਸੀਂ ਘਰਾਂ 'ਚ ਦੇਖੀਏ, ਤੁਹਾਡਾ ਰਾਸ਼ਨ ਜਾਂ ਕੁਝ ਵੀ ਜਦ ਸਿਲਨ ਹੁੰਦੀ ਹੈ, ਉਹਦੇ 'ਚ ਕਈ ਤਰ੍ਹਾਂ ਦੀ ਫੰਗਲ ਇਨਫੈਕਸ਼ਨ, ਕਈ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ। ਸਿਮਿਲਰਲੀ ਸਾਡੇ ਸਕਿਨ 'ਚ ਹੁੰਦਾ ਹੈ, ਪਸੀਨਾ ਵੀ ਆ ਰਿਹਾ ਹੈ, ਉਹਦੇ ਨਾਲ ਵੀ ਸਕਿਨ ਡਰਾਈ ਹੋ ਰਹੀ ਹੈ, ਉੱਪਰੋਂ ਅਸੀਂ ਗਿੱਲੇ ਕੱਪੜੇ ਜਾਂ ਅਸੀਂ ਰੇਸ਼ਮੀ ਕੱਪੜੇ ਇਸ ਮੌਸਮ ਵਿੱਚ ਅਵੋਇਡ ਕਰੀਏ। ਸੂਤੀ ਕੱਪੜੇ ਪਾਈਏ, ਜ਼ਿਆਦਾ ਤੋਂ ਜ਼ਿਆਦਾ ਸਾਬਣ ਲਗਾ ਕੇ, ਜਿਹੜਾ ਸਿੰਪਲ ਸਾਬਣ ਹੈ ਉਹਦੇ 'ਚ ਵੀ ਸਾਨੂੰ ਕੋਈ ਬਹੁਤ ਨਹੀਂ ਕਿ ਅਸੀਂ ਇਹ ਹਾਈਫਾਈ ਜਾਂ ਅਸੀਂ ਮੈਡੀਕੇਟਡ ਸੋਪਸ ਹੀ ਯੂਜ਼ ਕਰਨੇ। ਜਿਹੜੇ ਆਮ ਸਿੰਪਲ ਨਿਊਟਰਲ ਪੀਐਚ ਵਾਲੇ ਆਮ ਸਾਬਣ ਮਿਲਦੇ, ਚੰਗੀ ਤਰ੍ਹਾਂ ਨਹਾ ਕੇ ਪਿੰਡਾ ਸੁਕਾਈਏ, ਤਾਜ਼ੇ ਆਪਣੇ ਫਰੈਸ਼ ਜਿਹੜੇ ਸੁਕਾਏ ਹੋਣ ਕੱਪੜੇ ਧੁੱਪ ਵਿੱਚ ਸੁਕਾ ਕੇ ਅਸੀਂ ਉਹਨੂੰ ਚੰਗੀ ਤਰ੍ਹਾਂ ਡਰਾਈ ਕੱਪੜੇ ਔਰ ਸੂਤੀ ਕੱਪੜੇ ਪਾਈਏ, ਜਿਵੇਂ ਸਕਿਨ ਇਨਫੈਕਸ਼ਨਸ ਕੰਟਰੋਲ ਕਰਨ ਵਾਸਤੇ। ਜੇ ਫੇਰ ਵੀ ਡੈਂਗੀ ਵਿੱਚ ਰੈਸ਼ ਹੁੰਦੇ ਨੇ, ਸੋ ਘਬਰਾਉਣ ਵਾਲੀ ਗੱਲ ਨਹੀਂ ਹੈ। ਜੇ ਕੋਈ ਰੈਸ਼ਸ ਹੈ, ਆਪਣੇ ਡਾਕਟਰ ਨੂੰ ਦਿਖਾਓ। ਕਈ ਤਰ੍ਹਾਂ ਦੇ ਇਸ ਮੌਸਮ ਵਿੱਚ ਹੋਰ ਵਾਇਰਲ ਰੈਸ਼ਸ ਵੀ ਹੁੰਦੇ ਨੇ, ਸੋ ਅਸੀਂ ਘਬਰਾ ਕੇ ਕਿ ਸਾਨੂੰ ਕੋਈ ਹੋਰ ਮਾਤਾ ਹੈ ਜਾਂ ਚਿਕਨ ਪੌਕਸ ਹੈ ਜਾਂ ਰੈਸ਼ਸ ਹੈ, ਉਹ ਅਸੀਂ ਆਪਣੇ ਡਾਕਟਰ ਕੋਲ ਜਾਈਏ, ਉਹ ਸਾਨੂੰ ਦੱਸਣਗੇ ਕਿ ਕੋਈ ਪ੍ਰੋਬਲਮ ਹੈ ਜਾਂ ਸਿੰਪਲ ਰੈਸ਼ ਹੈ ਜਿਹੜਾ ਮੌਸਮੀ ਕਈ ਵਾਰ ਐਲਰਜੀ ਨਾਲ ਹੀ ਹੋ ਰਿਹਾ, ਜਾਂ ਖਾਰਿਸ਼ ਦੀ ਸਿੰਪਲ ਗੋਲੀਆਂ ਨਾਲ ਖਾ ਕੇ, ਜਾਂ ਸਿੰਪਲ ਮੋਇਸਚਰਾਈਜ਼ ਕਰਕੇ ਘਰੇਲੂ ਨੁਸਖਿਆਂ ਨਾਲ ਵੀ। ਪਰ ਸਾਨੂੰ ਡਾਇਗਨੋਸ ਵਾਸਤੇ ਇੱਕ ਵਾਰ ਡਾਕਟਰ ਨੂੰ ਜ਼ਰੂਰ ਦਿਖਾਣਾ ਚਾਹੀਦਾ ਕਿ ਕੋਈ ਹੋਰ ਰਿਸਕੀ ਕੰਮ ਨਾ ਹੋ ਰਿਹਾ ਹੋਏ। ਡਾਕਟਰ ਸਾਹਿਬ, ਜਿਵੇਂ ਸਕਿਨ ਇਨਫੈਕਸ਼ਨ ਦੀ ਆਪਾਂ ਗੱਲ ਕੀਤੀ, ਦੂਜੇ ਪਾਸੇ ਕਈਆਂ ਨੂੰ ਆਈ ਐਲਰਜੀ ਹੋ ਜਾਂਦੀ ਹੈ ਇਸ ਮੌਸਮ ਦੇ ਵਿੱਚ, ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਕਿਉਰ ਕੀਤਾ ਜਾ ਸਕਦਾ? ਬਿਲਕੁਲ ਆਈ ਦੀ ਵੀ ਖਾਸ ਤੌਰ ਤੇ, ਜਿਵੇਂ ਅੱਜ ਕੱਲ ਉਹੀ ਗੱਲ ਕਰੀ ਸੀ, ਸਾਫ਼ ਸਫਾਈ ਦਾ ਬਹੁਤ ਖਿਆਲ ਰੱਖਣਾ ਹੈ। ਅਸੀਂ ਆਮ ਤੌਰ ਤੇ ਸਪੈਸ਼ਲੀ ਕੋਵਿਡ ਤੋਂ ਬਾਅਦ ਅਸੀਂ ਇੱਕ ਬਹੁਤ ਰਿਚੁਅਲ ਬਣਾ ਲਿਆ ਸੈਨੀਟਾਈਜ਼ਰਸ ਦਾ ਵੀ। ਉਹ ਵੀ ਆਪਣੇ ਬਾਅਦ ਬਹੁਤ ਠੀਕ ਹੈ, ਬਹੁਤ ਅੱਛੀ ਚੀਜ਼ ਹੈ ਸੈਨੀਟਾਈਜ਼ਰ ਯੂਜ਼ ਕਰਨਾ। ਜਿੱਥੇ ਨਹੀਂ ਸਾਨੂੰ ਸਾਬਣ ਜਾਂ ਪਾਣੀ ਮਿਲ ਰਿਹਾ, ਜਿੱਥੇ ਨਹੀਂ ਫੈਸਿਲਿਟੀ ਹੈ, ਉੱਥੇ ਯੂਜ਼ ਕਰੋ। ਪਰ ਇੰਨਾ ਨਹੀਂ ਕਿ ਅਸੀਂ ਹਰ ਵੇਲੇ ਸੈਨੀਟਾਈਜ਼ਰ ਹੀ ਯੂਜ਼ ਕਰੀਏ, ਉਹਦੇ ਨਾਲ ਸਾਡੀ ਸਕਿਨ ਵੀ ਡਰਾਈ ਹੋ ਰਹੀ ਹੈ, ਨੋ ਡਾਊਟ ਕਲੀਨ ਕਰ ਦਿੰਦਾ ਉਹ। ਬਟ ਆਪਣਾ ਜਦ ਵੀ ਅਸੀਂ ਅੱਖਾਂ ਨੂੰ ਗੰਦੇ ਹੱਥ ਲੱਗ ਰਹੇ ਹਾਂ, ਜਾਂ ਅਸੀਂ ਕੋਈ ਟਾਵਲ ਜਾਂ ਆਪਣੇ ਕੱਪੜੇ ਠੀਕ ਨਹੀਂ ਸਾਫ਼ ਕਰ ਰਹੇ, ਨੈਪਕਿਨਸ ਟਾਵਲਸ ਸ਼ੇਅਰ ਕਰ ਰਹੇ ਹਾਂ, ਆਮ ਤੌਰ ਤੇ ਬੱਚੇ ਘਰਾਂ ਵਿੱਚ ਇੱਕੋ ਟਾਵਲ ਅਸੀਂ ਸਾਰੇ ਯੂਜ਼ ਕਰ ਰਹੇ ਹਾਂ, ਸੋ ਜੋ ਇੱਕ ਨੂੰ ਹੁੰਦਾ ਉਹ ਸਭ ਨੂੰ ਨਾਲ ਦੀ ਨਾਲ ਉਹ ਫੈਲ ਜਾਏਗਾ ਜੇ ਅਸੀਂ ਸਫਾਈ ਦਾ ਖਿਆਲ ਨਹੀਂ ਰੱਖਾਂਗੇ। ਸੋ ਆਪਣੇ ਪਰਸਨਲ ਹਾਈਜੀਨ, ਆਪਣੇ ਟਾਵਲ ਸਾਫ਼ ਰੱਖੋ, ਅੱਡ ਰੱਖੋ ਸਾਰਿਆਂ ਤੋਂ। ਹਰ ਵੇਲੇ ਜਦ ਆਪਾਂ ਆਪਣੇ ਹੱਥ, ਕਦੀ ਅੱਖ ਨੂੰ ਅਵੋਇਡ ਕਰੋ, ਮਾੜੀ ਮੋਟੀ ਕੋਈ ਖਾਰਿਸ਼ ਹੋ ਰਹੀ ਹੈ ਜਾਂ ਕੁਝ ਹੈ, ਜਾਂ ਹੱਥ ਨੂੰ ਕਦੀ ਅੱਖ ਨੂੰ ਹੱਥ ਵੀ ਲਾਣਾ ਹੈ ਤੇ ਚੰਗੀ ਤਰ੍ਹਾਂ ਖੁੱਲੇ ਪਾਣੀ ਨਾਲ ਸਾਬਣ ਨਾਲ ਧੋ ਕੇ, ਔਰ ਜੇ ਕੋਈ ਬਿਮਾਰੀ ਹੈ ਤੇ ਅੱਖ ਦਾ ਮਾਮਲਾ ਵੈਸੇ ਵੀ ਡਾਕਟਰ ਕੋਲ ਜ਼ਰੂਰ ਜਲਦੀ ਤੋਂ ਜਲਦੀ ਦਿਖਾਓ। ਜੇ ਸਿੰਪਲ ਆਈ ਫਲੂ ਜਾਂ ਕੰਜਕਟਿਵਾਈਟਿਸ ਹੈ, ਉਹਦੇ ਵਾਸਤੇ ਸਿੰਪਲ ਐਂਟੀਬਾਇਓਟਿਕ ਡ੍ਰੌਪਸ ਮਿਲ ਜਾਣਗੇ, ਤੁਹਾਨੂੰ ਡਾਕਟਰ ਤੁਹਾਡੇ ਪ੍ਰਿਸਕ੍ਰਾਈਬ ਕਰ ਦਿੰਦੇ ਨੇ, ਉਹਨਾਂ ਦੀ ਵਰਤੋਂ ਕਰੀਏ, ਉਹਨਾਂ ਤੋਂ ਘਬਰਾਈਏ ਨਾ। ਥੋੜਾ ਬਹੁਤ ਲਾਲੀ ਹੁੰਦੀ ਹੈ, ਵਾਇਰਲ ਜਿਹੜਾ ਕੰਜਕਟਿਵਾਈਟਿਸ ਹੁੰਦਾ ਹੈ, ਲਾਲੀ ਹੁੰਦੀ ਹੈ, ਖਾਰਿਸ਼ ਹੁੰਦੀ ਹੈ, ਅੱਖਾਂ 'ਚੋਂ ਕਈ ਵਾਰ ਪਾਣੀ ਆਉਂਦਾ, ਸੋ ਉਹਨੂੰ ਸਾਫ਼ ਸਫਾਈ ਦਾ ਖਿਆਲ ਰੱਖੀਏ। ਔਰ ਸ਼ੇਅਰਿੰਗ ਵਾਲੀ ਆਦਤ ਕਿ ਇੱਕ ਦੂਜੇ ਨਾਲ ਉਹ ਹੱਥ ਜਿਹੜਾ ਲਗਾਏ ਜਾਂ ਟਾਵਲ ਸ਼ੇਅਰਿੰਗ ਹੈ, ਉਹਨੂੰ ਅਵੋਇਡ ਕਰੀਏ। ਸੋ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਦੇ ਨਾਲ ਜਾਂਦੇ ਕੁਝ ਹੈਲਦੀ ਟਿਪਸ ਸਾਂਝੀਆਂ ਜ਼ਰੂਰ ਕਰੋ। ਅਸੀਂ ਸਾਰੇ ਇਹ ਡਿਸਕਸ ਔਰ ਥੋੜਾ ਸਮਰਾਈਜ਼ ਕਰਦੇ ਹਾਂ। ਸਭ ਤੋਂ ਪਹਿਲੇ, ਸਭ ਤੋਂ ਜ਼ਰੂਰੀ, ਆਪਣੇ ਆਲੇ ਦੁਆਲੇ ਸਫਾਈ ਰੱਖੋ, ਪਾਣੀ ਇਕੱਠਾ ਨਾ ਹੋਣ ਦਿਓ। ਜਿਵੇਂ ਮੈਂ ਦੱਸਿਆ, ਹਫਤੇ 'ਚ ਆਪਣਾ ਦਿਨ ਇੱਕ ਡਿਸਾਈਡ ਕਰ ਲਓ ਕਿ ਜਿਸ ਦਿਨ ਅਸੀਂ ਸਾਰਾ ਪਾਣੀ ਖਾਲੀ ਕਰਕੇ ਉਹਨੂੰ ਸੁਕਾਣਾ ਹੈ, ਤੁਸੀਂ ਆਪਣਾ ਡਰਾਈ ਡੇ ਖੁਦ ਡਿਸਾਈਡ ਕਰੋ, ਪਾਣੀ ਨਾ ਇਕੱਠਾ ਹੋਏ। ਸਫਾਈ ਰੱਖੋ, ਆਪਣਾ ਪਰਸਨਲ ਸਾਬਣ, ਨਹਾਉਣ ਦੀ ਸਾਬਣ ਪਾਣੀ ਵਰਤੋਂ ਕਰਕੇ ਚੰਗੀ ਤਰ੍ਹਾਂ ਨਹਾਓ। ਆਪਣੇ ਕੱਪੜੇ ਸਾਫ਼ ਰੱਖੋ, ਕੋਸ਼ਿਸ਼ ਕਰੋ ਕਿ ਧੁੱਪ ਵਿੱਚ ਹੀਟ ਨਾਲ ਜਿਹੜਾ ਹੁੰਦਾ ਅੱਧੀ ਇਨਫੈਕਸ਼ਨਸ ਵੈਸੇ ਹੀ ਠੀਕ ਹੋ ਜਾਂਦੀਆਂ, ਸੋ ਉਹਨੂੰ ਧੁੱਪ ਵਿੱਚ ਸੁਕਾਓ। ਖਾਣਾ ਪੀਣਾ ਜਿਹੜਾ ਆਪਣਾ ਹੈਲਦੀ ਰੱਖੋ, ਆਪਣੇ ਘਰੋਂ ਆਲੇ ਦੁਆਲੇ ਜੋ ਅਸੀਂ ਖਾ ਰਹੇ ਹਾਂ, ਜੋ ਸਾਡਾ ਰੂਟੀਨ ਡਾਇਟ ਹੈ, ਉਹਨੂੰ ਸਾਫ਼ ਸੁਥਰੀ ਉਹ ਆਪਣਾ ਲਓ, ਫਲੂਇਡਸ ਲਓ,
ਬਾਹਰ ਦਾ ਖਾਣਾ ਜੇ ਕੋਈ ਥੋੜਾ ਚੈੱਕ ਰੱਖੋ ਕਿ ਜੇ ਸਾਫ ਸੁਥਰਾ ਨਹੀਂ ਹੈ ਤੇ ਉਹਨੂੰ ਥੋੜਾ ਅਵੋਇਡ ਕਰੋ। ਰੈਸਟ ਔਰ ਜਿਹੜਾ ਤੁਹਾਡਾ ਪਾਣੀ ਦਾ ਦੱਸਿਆ ਸੀ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਆਪਣਾ ਐਡਿਕੁਏਟ ਰੈਸਟ ਔਰ ਆਪਣਾ ਪਾਣੀ ਲਓ, ਡਾਈਟ ਲਓ ਔਰ ਬੋਡੀ ਨੂੰ ਹੀਲ ਆਪਣੇ ਆਪ ਹੋਣ ਕਰਨ ਦਿਓ। ਡਾਕਟਰ ਕਿਰਨਜੋਤ ਕੌਰ ਜੀ, ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿਹੜੇ 'ਚ ਆਏ ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। Healthy life, healthy life.